ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ਅੱਜ ਦੀਵਾਲੀ ਦਾ ਪਵਿੱਤਰ ਤਿਉਹਾਰ ਹੈ। ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਕਿਹਾ ਜਾਂਦਾ ਹੈ ਕਿ ਸ਼ੁਭਮ ਕਰੋਤੀ ਕਲਿਆਣੰ ਆਰੋਗਯੰ ਧਨ ਸੰਪਦਾਮ ਸ਼ਤਰੂ ਬੁੱਧਿ ਵਿਨਾਸ਼ਾਏ ਦੀਪ ਜਯੋਤਿਰ ਨਮੋਸਤੁਤੇ। ਕਿੰਨਾ ਉੱਤਮ ਸੰਦੇਸ਼ ਹੈ। ਇਸ ਸ਼ਲੋਕ ਵਿੱਚ ਕਿਹਾ ਹੈ, ਰੋਸ਼ਨੀ ਜੀਵਨ ਵਿੱਚ ਸੁੱਖ, ਸਿਹਤ ਅਤੇ ਸਮਰਿੱਧੀ ਲੈ ਕੇ ਆਉਂਦੀ ਹੈ, ਜੋ ਵਿਪਰੀਤ ਬੁੱਧੀ ਦਾ ਨਾਸ਼ ਕਰਕੇ ਸਦਬੁੱਧੀ ਦਿਖਾਉਂਦੀ ਹੈ। ਅਜਿਹੀ ਦਿਵ-ਜਯੋਤੀ ਨੂੰ ਮੇਰਾ ਨਮਨ। ਇਸ ਦੀਵਾਲੀ ਨੂੰ ਯਾਦ ਰੱਖਣ ਦੇ ਲਈ ਇਸ ਨਾਲੋਂ ਬਿਹਤਰ ਵਿਚਾਰ ਹੋਰ ਕੀ ਹੋ ਸਕਦਾ ਹੈ ਕਿ ਅਸੀਂ ਰੋਸ਼ਨੀ ਨੂੰ ਵਿਸਤਾਰ ਦਈਏ, ਪੋਜ਼ਿਟਿਵਿਟੀ ਦਾ ਪ੍ਰਸਾਰ ਕਰੀਏ ਅਤੇ ਦੁਸ਼ਮਣੀ ਦੀ ਭਾਵਨਾ ਨੂੰ ਹੀ ਨਸ਼ਟ ਕਰਨ ਦੀ ਪ੍ਰਾਰਥਨਾ ਕਰੀਏ। ਅੱਜਕੱਲ੍ਹ ਦੁਨੀਆ ਦੇ ਅਨੇਕ ਦੇਸ਼ਾਂ ਵਿੱਚ ਦੀਵਾਲੀ ਮਨਾਈ ਜਾਂਦੀ ਹੈ। ਖ਼ਾਸ ਗੱਲ ਇਹ ਹੈ ਕਿ ਇਸ ਵਿੱਚ ਸਿਰਫ ਭਾਰਤੀ ਸਮਾਜ ਸ਼ਾਮਿਲ ਹੁੰਦਾ ਹੈ, ਅਜਿਹਾ ਨਹੀਂ ਹੈ, ਬਲਕਿ ਹੁਣ ਕਈ ਦੇਸ਼ਾਂ ਦੀਆਂ ਸਰਕਾਰਾਂ, ਉੱਥੋਂ ਦੇ ਨਾਗਰਿਕ, ਉੱਥੋਂ ਦੇ ਸਮਾਜਿਕ ਸੰਗਠਨ ਦੀਵਾਲੀ ਨੂੰ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਉਂਦੇ ਨੇ। ਇੱਕ ਤਰ੍ਹਾਂ ਨਾਲ ਉੱਥੇ ਭਾਰਤ ਖੜ੍ਹਾ ਕਰ ਦਿੰਦੇ ਨੇ। ਸਾਥੀਓ, ਦੁਨੀਆ ਵਿੱਚ ਫੈਸਟੀਵਲ ਟੂਰਿਜ਼ਮ ਦਾ ਆਪਣਾ ਹੀ ਆਕਰਸ਼ਣ ਹੈ। ਸਾਡਾ ਭਾਰਤ ਜੋ ਕੰਟਰੀ ਆਫ ਫੈਸਟੀਵਲਜ਼ ਹੈ, ਉਸ ਵਿੱਚ ਫੈਸਟੀਵਲ ਟੂਰਿਜ਼ਮ ਦੀਆਂ ਵੀ ਅਪਾਰ ਸੰਭਾਵਨਾਵਾਂ ਨੇ। ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਹੋਲੀ ਹੋਵੇ, ਦੀਵਾਲੀ ਹੋਵੇ, ਓਣਮ ਹੋਵੇ, ਪੋਂਗਲ ਹੋਵੇ, ਬਿਹੂ ਹੋਵੇ, ਇਨ੍ਹਾਂ ਸਾਰੇ ਤਿਉਹਾਰਾਂ ਦਾ ਪ੍ਰਸਾਰ ਕਰੀਏ ਅਤੇ ਤਿਉਹਾਰਾਂ ਦੀ ਖੁਸ਼ੀ ਵਿੱਚ ਹੋਰ ਰਾਜਾਂ, ਹੋਰ ਦੇਸ਼ਾਂ ਦੇ ਲੋਕਾਂ ਨੂੰ ਵੀ ਸ਼ਾਮਿਲ ਕਰੀਏ। ਸਾਡੇ ਇੱਥੇ ਤਾਂ ਹਰ ਰਾਜ, ਹਰ ਖੇਤਰ ਦੇ ਆਪਣੇ-ਆਪਣੇ ਇੰਨੇ ਭਿੰਨ-ਭਿੰਨ ਉਤਸਵ ਹੁੰਦੇ ਨੇ। ਦੂਸਰੇ ਦੇਸ਼ਾਂ ਦੇ ਲੋਕਾਂ ਦੀ ਤਾਂ ਇਨ੍ਹਾਂ ਵਿੱਚ ਬਹੁਤ ਦਿਲਚਸਪੀ ਹੁੰਦੀ ਹੈ। ਇਸ ਲਈ ਭਾਰਤ ਵਿੱਚ ਫੈਸਟੀਵਲ ਟੂਰਿਜ਼ਮ ਵਧਾਉਣ ਵਿੱਚ ਦੇਸ਼ ਦੇ ਬਾਹਰ ਰਹਿਣ ਵਾਲੇ ਭਾਰਤੀਆਂ ਦੀ ਭੂਮਿਕਾ ਵੀ ਬਹੁਤ ਅਹਿਮ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਪਿਛਲੀ ਮਨ ਕੀ ਬਾਤ ਵਿੱਚ ਅਸੀਂ ਤੈਅ ਕੀਤਾ ਸੀ ਕਿ ਇਸ ਦੀਵਾਲੀ 'ਤੇ ਕੁਝ ਵੱਖ ਕਰਾਂਗੇ। ਮੈਂ ਕਿਹਾ ਸੀ, ਆਓ ਅਸੀਂ ਸਾਰੇ ਇਸ ਦੀਵਾਲੀ 'ਤੇ ਭਾਰਤ ਦੀ ਨਾਰੀ ਸ਼ਕਤੀ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਸੈਲੀਬ੍ਰੇਟ ਕਰੀਏ, ਯਾਨੀ ਭਾਰਤ ਦੀ ਲਕਸ਼ਮੀ ਦਾ ਸਨਮਾਨ। ਅਤੇ ਵੇਖਦਿਆਂ ਹੀ ਵੇਖਦਿਆਂ ਇਸ ਦੇ ਤੁਰੰਤ ਬਾਅਦ ਸੋਸ਼ਲ ਮੀਡੀਆ 'ਤੇ ਅਨੇਕਾਂ ਇੰਸਪੀਰੇਸ਼ਨਲ ਸਟੋਰੀਜ਼ ਦਾ ਅੰਬਾਰ ਲੱਗ ਗਿਆ। ਵਾਰੰਗਲ ਦੇ ਕੋਡੀਪਾਕਾ ਰਮੇਸ਼ ਨੇ ਨਮੋ ਐਪ 'ਤੇ ਲਿਖਿਆ ਕਿ ਮੇਰੀ ਮਾਂ ਮੇਰੀ ਸ਼ਕਤੀ ਹੈ। 1990 ਵਿੱਚ ਜਦੋਂ ਮੇਰੇ ਪਿਤਾ ਜੀ ਦਾ ਦੇਹਾਂਤ ਹੋ ਗਿਆ ਸੀ ਤਾਂ ਮੇਰੀ ਮਾਂ ਨੇ ਹੀ 5 ਬੇਟਿਆਂ ਦੀ ਜ਼ਿੰਮੇਵਾਰੀ ਚੁੱਕੀ। ਅੱਜ ਅਸੀਂ ਪੰਜੇ ਭਰਾ ਚੰਗੇ ਪ੍ਰੋਫੈਸ਼ਨ ਵਿੱਚ ਹਾਂ। ਮੇਰੀ ਮਾਂ ਹੀ ਮੇਰੇ ਲਈ ਭਗਵਾਨ ਹੈ, ਮੇਰੇ ਲਈ ਸਭ ਕੁਝ ਹੈ ਅਤੇ ਉਹੀ ਸਹੀ ਅਰਥਾਂ ਵਿੱਚ ਭਾਰਤ ਦੀ ਲਕਸ਼ਮੀ ਹੈ। ਰਮੇਸ਼ ਜੀ, ਤੁਹਾਡੀ ਮਾਤਾ ਜੀ ਨੂੰ ਮੇਰਾ ਪ੍ਰਣਾਮ। ਟਵਿੱਟਰ 'ਤੇ ਐਕਟਿਵ ਰਹਿਣ ਵਾਲੀ ਗੀਤਿਕਾ ਸਵਾਮੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਲਈ ਮੇਜਰ ਖੁਸ਼ਬੂ ਕੰਵਰ ਭਾਰਤ ਦੀ ਲਕਸ਼ਮੀ ਹੈ, ਜੋ ਬੱਸ ਕੰਡਕਟਰ ਦੀ ਬੇਟੀ ਹੈ ਅਤੇ ਉਨ੍ਹਾਂ ਨੇ ਅਸਮ ਰਾਈਫਲਜ਼ ਦੀ ਆਲ ਵੂਮਨ ਟੁਕੜੀ ਦੀ ਅਗਵਾਈ ਕੀਤੀ ਸੀ। ਕਵਿਤਾ ਤਿਵਾੜੀ ਜੀ ਦੇ ਲਈ ਤਾਂ ਭਾਰਤ ਦੀ ਲਕਸ਼ਮੀ ਉਨ੍ਹਾਂ ਦੀ ਬੇਟੀ ਹੈ, ਜੋ ਉਨ੍ਹਾਂ ਦੀ ਤਾਕਤ ਵੀ ਹੈ। ਉਨ੍ਹਾਂ ਨੂੰ ਫ਼ਖਰ ਹੈ ਕਿ ਉਨ੍ਹਾਂ ਦੀ ਬੇਟੀ ਬਿਹਤਰੀਨ ਪੇਂਟਿੰਗ ਕਰਦੀ ਹੈ। ਉਸ ਨੇ CLAT ਦੇ ਇਮਤਿਹਾਨ ਵਿੱਚ ਬਹੁਤ ਚੰਗਾ ਰੈਂਕ ਵੀ ਹਾਸਲ ਕੀਤਾ ਹੈ। ਉੱਥੇ ਹੀ ਮੇਘਾ ਜੈਨ ਜੀ ਨੇ ਲਿਖਿਆ ਹੈ ਕਿ 92 ਸਾਲ ਦੀ ਇੱਕ ਬਜ਼ੁਰਗ ਔਰਤ ਸਾਲਾਂ ਤੋਂ ਗਵਾਲੀਅਰ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਨੂੰ ਮੁਫ਼ਤ ਵਿੱਚ ਪਾਣੀ ਪਿਲਾਉਂਦੀ ਹੈ। ਮੇਘਾ ਜੀ ਇਸ ਭਾਰਤ ਦੀ ਲਕਸ਼ਮੀ ਦੀ ਨਿਮਰਤਾ ਅਤੇ ਕਰੁਣਾ ਨਾਲ ਕਾਫੀ ਪ੍ਰੇਰਿਤ ਹੋਏ। ਅਜਿਹੀਆਂ ਅਨੇਕਾਂ ਕਹਾਣੀਆਂ ਲੋਕਾਂ ਨੇ ਸ਼ੇਅਰ ਕੀਤੀਆਂ ਨੇ। ਤੁਸੀਂ ਜ਼ਰੂਰ ਪੜ੍ਹੋ, ਪ੍ਰੇਰਨਾ ਲਓ ਅਤੇ ਖੁਦ ਵੀ ਅਜਿਹਾ ਕੁਝ ਆਪਣੇ ਆਲੇ-ਦੁਆਲੇ ਤੋਂ ਸ਼ੇਅਰ ਕਰੋ। ਅਤੇ ਮੇਰਾ ਭਾਰਤ ਦੀਆਂ ਇਨ੍ਹਾਂ ਸਾਰੀਆਂ ਲਕਸ਼ਮੀਆਂ ਨੂੰ ਆਦਰਪੂਰਵਕ ਨਮਨ ਹੈ। ਮੇਰੇ ਪਿਆਰੇ ਦੇਸ਼ਵਾਸੀਓ, 17ਵੀਂ ਸ਼ਤਾਬਦੀ ਦੀ ਬੇਹੱਦ ਪ੍ਰਸਿੱਧ ਕਵਿੱਤਰੀ ਸਾਂਚੀ ਹੋਨੰਮਾ
ਉਨ੍ਹਾਂ ਨੇ 17ਵੀਂ ਸ਼ਤਾਬਦੀ ਵਿੱਚ ਕੰਨੜ ਭਾਸ਼ਾ 'ਚ ਇੱਕ ਕਵਿਤਾ ਲਿਖੀ ਸੀ। ਉਹ ਭਾਵ, ਉਹ ਸ਼ਬਦ, ਭਾਰਤ ਦੀ ਹਰ ਲਕਸ਼ਮੀ, ਇਹ ਜੋ ਅਸੀਂ ਗੱਲ ਕਰ ਰਹੇ ਹਾਂ ਨਾ, ਅਜਿਹਾ ਲੱਗਦਾ ਹੈ ਕਿ ਜਿਵੇਂ ਉਸ ਦਾ ਫਾਊਂਡੇਸ਼ਨ 17ਵੀਂ ਸ਼ਤਾਬਦੀ ਵਿੱਚ ਹੀ ਰਚ ਦਿੱਤਾ ਗਿਆ ਸੀ। ਕਿੰਨੇ ਵਧੀਆ ਸ਼ਬਦ, ਕਿੰਨੇ ਵਧੀਆ ਭਾਵ ਅਤੇ ਕਿੰਨੇ ਉੱਤਮ ਵਿਚਾਰ ਕੰਨੜ ਭਾਸ਼ਾ ਦੀ ਇਸ ਕਵਿਤਾ ਵਿੱਚ ਨੇ। ਪੈਣਿੰਦਾ ਪੇਰਮਗੋਂਡਨੂ ਹਿਮਵੰਤਨੂ, ਪੈਣਿੰਦਾ ਭ੍ਰਿਗੂ ਪਿਰਚਦਾਨ, ਪੈਣਿੰਦਾ ਜਨਕਰਾਇਨੂ ਜਸ ਵਡੇਦਨੂ। ਅਰਥਾਤ ਹਿਮਵੰਤ ਯਾਨੀ ਪਰਬਤ ਰਾਜਾ ਨੇ ਆਪਣੀ ਬੇਟੀ ਪਾਰਵਤੀ ਦੇ ਕਾਰਨ, ਰਿਸ਼ੀ ਭ੍ਰਿਗੂ ਨੇ ਆਪਣੀ ਬੇਟੀ ਲਕਸ਼ਮੀ ਦੇ ਕਾਰਨ ਅਤੇ ਰਾਜਾ ਜਨਕ ਨੇ ਆਪਣੀ ਬੇਟੀ ਸੀਤਾ ਦੇ ਕਾਰਨ ਪ੍ਰਸਿੱਧੀ ਪ੍ਰਾਪਤ ਕੀਤੀ। ਸਾਡੀਆਂ ਬੇਟੀਆਂ ਸਾਡਾ ਮਾਣ ਨੇ ਅਤੇ ਇਹਨਾਂ ਬੇਟੀਆਂ ਦੀ ਮਹਿਮਾ ਨਾਲ ਹੀ ਸਾਡੇ ਸਮਾਜ ਦੀ ਇੱਕ ਮਜ਼ਬੂਤ ਪਛਾਣ ਹੈ ਅਤੇ ਉਸ ਦਾ ਉੱਜਲ ਭਵਿੱਖ ਹੈ। ਮੇਰੇ ਪਿਆਰੇ ਦੇਸ਼ਵਾਸੀਓ, 12 ਨਵੰਬਰ 2019 ਇਹ ਉਹ ਦਿਨ ਹੈ ਜਿਸ ਦਿਨ ਦੁਨੀਆ ਭਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਮਨਾਇਆ ਜਾਏਗਾ। ਗੁਰੂ ਨਾਨਕ ਦੇਵ ਜੀ ਦਾ ਪ੍ਰਭਾਵ ਭਾਰਤ ਵਿੱਚ ਹੀ ਨਹੀਂ ਬਲਕਿ ਪੂਰੇ ਵਿਸ਼ਵ ਵਿੱਚ ਹੈ। ਦੁਨੀਆ ਦੇ ਕਈ ਦੇਸ਼ਾਂ ਵਿੱਚ ਸਾਡੇ ਸਿੱਖ ਭੈਣ ਭਰਾ ਵਸੇ ਹੋਏ ਨੇ ਜੋ ਗੁਰੂ ਨਾਨਕ ਦੇਵ ਜੀ ਦੇ ਆਦਰਸ਼ਾਂ ਦੇ ਪ੍ਰਤੀ ਪੂਰਨ ਰੂਪ ਨਾਲ ਸਮਰਪਿਤ ਨੇ। ਮੈਂ ਵੈਨਕੂਵਰ ਅਤੇ ਤਹਿਰਾਨ ਵਿੱਚ ਗੁਰਦੁਆਰਿਆਂ ਦੀਆਂ ਆਪਣੀਆਂ ਯਾਤਰਾਵਾਂ ਨੂੰ ਕਦੇ ਨਹੀਂ ਭੁੱਲ ਸਕਦਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ 'ਚ ਅਜਿਹਾ ਬਹੁਤ ਕੁਝ ਹੈ ਜਿਸ ਨੂੰ ਮੈਂ ਤੁਹਾਡੇ ਨਾਲ ਸਾਂਝਾ ਕਰ ਸਕਦਾ, ਲੇਕਿਨ ਇਸ ਦੇ ਲਈ ਮਨ ਕੀ ਬਾਤ ਦੇ ਕਈ ਐਪੀਸੋਡ ਲੱਗ ਜਾਣਗੇ। ਉਨ੍ਹਾਂ ਨੇ ਸੇਵਾ ਨੂੰ ਹਮੇਸ਼ਾ ਸਭ ਤੋਂ ਉੱਤਮ ਸਮਝਿਆ। ਗੁਰੂ ਨਾਨਕ ਦੇਵ ਜੀ ਮੰਨਦੇ ਸਨ ਕਿ ਨਿਸ਼ਕਾਮ ਭਾਵ ਨਾਲ ਕੀਤੇ ਗਏ ਸੇਵਾ ਕਾਰਜ ਦੀ ਕੋਈ ਕੀਮਤ ਨਹੀਂ ਹੋ ਸਕਦੀ। ਉਹ ਛੂਤ-ਛਾਤ ਵਰਗੀ ਸਮਾਜਿਕ ਬੁਰਾਈ ਦੇ ਖਿਲਾਫ ਮਜ਼ਬੂਤੀ ਨਾਲ ਖੜ੍ਹੇ ਰਹੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਸੰਦੇਸ਼ ਦੁਨੀਆ ਵਿੱਚ ਦੂਰ-ਦੂਰ ਤੱਕ ਪਹੁੰਚਾਇਆ। ਉਹ ਆਪਣੇ ਸਮੇਂ ਵਿੱਚ ਸਭ ਤੋਂ ਜ਼ਿਆਦਾ ਯਾਤਰਾ ਕਰਨ ਵਾਲਿਆਂ ਵਿੱਚੋਂ ਸਨ। ਉਹ ਕਈ ਸਥਾਨਾਂ 'ਤੇ ਗਏ ਅਤੇ ਜਿੱਥੇ ਵੀ ਗਏ ਉੱਥੇ ਆਪਣੀ ਸਰਲਤਾ, ਨਿਮਰਤਾ, ਸਾਦਗੀ, ਉਨ੍ਹਾਂ ਨੇ ਇਸ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਗੁਰੂ ਨਾਨਕ ਦੇਵ ਜੀ ਨੇ ਕਈ ਮਹੱਤਵਪੂਰਨ ਧਾਰਮਿਕ ਯਾਤਰਾਵਾਂ ਕੀਤੀਆਂ ਜਿਨ੍ਹਾਂ ਨੂੰ ਉਦਾਸੀ ਕਿਹਾ ਜਾਂਦਾ ਹੈ। ਸਦਭਾਵਨਾ ਅਤੇ ਸਮਾਨਤਾ ਦਾ ਸੰਦੇਸ਼ ਲੈ ਕੇ ਉਹ ਉੱਤਰ ਹੋਵੇ ਜਾਂ ਦੱਖਣ, ਪੂਰਬ ਹੋਵੇ ਜਾਂ ਪੱਛਮ, ਹਰ ਦਿਸ਼ਾ ਵਿੱਚ ਗਏ। ਹਰ ਜਗ੍ਹਾ ਲੋਕਾਂ ਨੂੰ, ਸੰਤਾਂ ਅਤੇ ਰਿਸ਼ੀਆਂ ਨੂੰ ਮਿਲੇ। ਮੰਨਿਆ ਜਾਂਦਾ ਹੈ ਕਿ ਅਸਮ ਦੇ ਬਹੁਤ ਪ੍ਰਸਿੱਧ ਸੰਤ ਸ਼ੰਕਰ ਦੇਵ ਜੀ ਵੀ ਉਨ੍ਹਾਂ ਤੋਂ ਪ੍ਰੇਰਿਤ ਹੋਏ ਸਨ। ਉਨ੍ਹਾਂ ਨੇ ਹਰਿਦੁਆਰ ਦੀ ਪਵਿੱਤਰ ਭੂਮੀ ਦੀ ਯਾਤਰਾ ਕੀਤੀ। ਕਾਸ਼ੀ ਵਿੱਚ ਇੱਕ ਪਵਿੱਤਰ ਅਸਥਾਨ ਗੁਰੂ ਬਾਗ ਗੁਰਦੁਆਰਾ ਅਜਿਹਾ ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਉੱਥੇ ਰੁਕੇ ਸਨ। ਉਹ ਬੌਧ ਧਰਮ ਨਾਲ ਜੁੜੇ ਰਾਜਗੀਰ ਅਤੇ ਗਿਆ ਵਰਗੇ ਧਾਰਮਿਕ ਸਥਾਨਾਂ 'ਤੇ ਵੀ ਗਏ ਸਨ। ਦੱਖਣ ਵਿੱਚ ਗੁਰੂ ਨਾਨਕ ਦੇਵ ਜੀ ਨੇ ਸ਼੍ਰੀਲੰਕਾ ਤੱਕ ਦੀ ਯਾਤਰਾ ਕੀਤੀ। ਕਰਨਾਟਕ ਵਿੱਚ ਬਿਦਰ ਦੀ ਯਾਤਰਾ ਦੇ ਦੌਰਾਨ ਗੁਰੂ ਨਾਨਕ ਦੇਵ ਜੀ ਨੇ ਹੀ ਉੱਥੇ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਸੀ। ਬਿਦਰ ਵਿੱਚ ਗੁਰੂ ਨਾਨਕ ਦੇਵ ਜੀ ਝੀਰਾ ਸਾਹਿਬ ਨਾਂ ਦਾ ਇੱਕ ਪ੍ਰਸਿੱਧ ਅਸਥਾਨ ਹੈ ਜੋ ਗੁਰੂ ਨਾਨਕ ਦੇਵ ਜੀ ਦੀ ਸਾਨੂੰ ਯਾਦ ਵੀ ਦਿਵਾਉਂਦਾ ਹੈ। ਉਨ੍ਹਾਂ ਨੂੰ ਇਹ ਸਮਰਪਿਤ ਹੈ। ਇੱਕ ਉਦਾਸੀ ਦੇ ਦੌਰਾਨ ਗੁਰੂ ਨਾਨਕ ਦੇਵ ਜੀ ਨੇ ਉੱਤਰ ਵਿੱਚ ਕਸ਼ਮੀਰ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕੇ ਦੀ ਵੀ ਯਾਤਰਾ ਕੀਤੀ। ਇਸ ਨਾਲ ਸਿੱਖ ਅਨੁਯਾਈਆਂ ਅਤੇ ਕਸ਼ਮੀਰ ਵਿੱਚ ਕਾਫੀ ਮਜ਼ਬੂਤ ਸੰਬੰਧ ਸਥਾਪਿਤ ਹੋਇਆ। ਗੁਰੂ ਨਾਨਕ ਦੇਵ ਜੀ ਤਿੱਬਤ ਵੀ ਗਏ, ਜਿੱਥੋਂ ਦੇ ਲੋਕਾਂ ਨੇ ਉਨ੍ਹਾਂ ਨੂੰ ਗੁਰੂ ਮੰਨਿਆ। ਉਹ ਉਜ਼ਬੇਕਿਸਤਾਨ ਵਿੱਚ ਵੀ ਪੂਜਨੀਕ ਹਨ, ਜਿੱਥੇ ਉਨ੍ਹਾਂ ਨੇ ਯਾਤਰਾ ਕੀਤੀ ਸੀ। ਆਪਣੀ ਇੱਕ ਉਦਾਸੀ ਦੇ ਦੌਰਾਨ ਉਨ੍ਹਾਂ ਨੇ ਵੱਡੇ ਪੈਮਾਨੇ 'ਤੇ ਇਸਲਾਮਿਕ ਦੇਸ਼ਾਂ ਦੀ ਵੀ ਯਾਤਰਾ ਕੀਤੀ ਸੀ, ਜਿਸ ਵਿੱਚ ਸਾਊਦੀ ਅਰਬ, ਇਰਾਕ ਅਤੇ ਅਫਗਾਨਿਸਤਾਨ ਵੀ ਸ਼ਾਮਿਲ ਹੈ। ਉਹ ਲੱਖਾਂ ਲੋਕਾਂ ਦੇ ਦਿਲਾਂ ਵਿੱਚ ਵਸੇ, ਜਿਨ੍ਹਾਂ ਨੇ ਪੂਰੀ ਸ਼ਰਧਾ ਦੇ ਨਾਲ ਉਨ੍ਹਾਂ ਦੇ ਉਪਦੇਸ਼ਾਂ ਦਾ ਪਾਲਣ ਕੀਤਾ ਅਤੇ ਅੱਜ ਵੀ ਕਰ ਰਹੇ ਨੇ। ਅਜੇ ਕੁਝ ਦਿਨ ਪਹਿਲਾਂ ਹੀ ਲਗਭਗ 85 ਦੇਸ਼ਾਂ ਦੇ
85 ਕੰਟਰੀਜ਼ ਦੇ ਰਾਜਦੂਤ ਦਿੱਲੀ ਤੋਂ ਅੰਮ੍ਰਿਤਸਰ ਗਏ ਸਨ। ਉੱਥੇ ਉਨ੍ਹਾਂ ਨੇ ਅੰਮ੍ਰਿਤਸਰ ਦੇ ਸਵਰਨ ਮੰਦਿਰ ਦੇ ਦਰਸ਼ਨ ਕੀਤੇ ਅਤੇ ਇਹ ਸਭ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਕਾਰਨ ਸੰਭਵ ਹੋਇਆ ਸੀ। ਉੱਥੇ ਇਨ੍ਹਾਂ ਸਾਰੇ ਰਾਜਦੂਤਾਂ ਨੇ ਗੋਲਡਨ ਟੈਂਪਲ ਦੇ ਦਰਸ਼ਨ ਤਾਂ ਕੀਤੇ ਹੀ, ਉਨ੍ਹਾਂ ਨੂੰ ਸਿੱਖ ਪਰੰਪਰਾ ਅਤੇ ਸੰਸਕ੍ਰਿਤੀ ਦੇ ਬਾਰੇ ਵੀ ਜਾਣਨ ਦਾ ਮੌਕਾ ਮਿਲਿਆ। ਇਸ ਦੇ ਬਾਅਦ ਕਈ ਰਾਜਦੂਤਾਂ ਨੇ ਸੋਸ਼ਲ ਮੀਡੀਆ 'ਤੇ ਉੱਥੋਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਬੜੇ ਮਾਣ ਮੱਤੇ ਚੰਗੇ ਅਨੁਭਵਾਂ ਨੂੰ ਵੀ ਲਿਖਿਆ। ਮੇਰੀ ਕਾਮਨਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸਾਨੂੰ ਉਨ੍ਹਾਂ ਦੇ ਵਿਚਾਰਾਂ ਅਤੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਉਤਾਰਨ ਦੀ ਹੋਰ ਜ਼ਿਆਦਾ ਪ੍ਰੇਰਣਾ ਦੇਵੇ। ਇੱਕ ਵਾਰ ਫੇਰ ਮੈਂ ਸੀਸ ਝੁਕਾ ਕੇ ਗੁਰੂ ਨਾਨਕ ਦੇਵ ਜੀ ਨੂੰ ਨਮਨ ਕਰਦਾ। ਮੇਰੇ ਪਿਆਰੇ ਭੈਣੋ ਅਤੇ ਭਰਾਵੋ, ਮੈਨੂੰ ਵਿਸ਼ਵਾਸ ਹੈ ਕਿ 31 ਅਕਤੂਬਰ ਦੀ ਤਾਰੀਖ ਤੁਹਾਨੂੰ ਸਾਰਿਆਂ ਨੂੰ ਯਾਦ ਜ਼ਰੂਰ ਹੋਏਗੀ। ਇਹ ਦਿਨ ਭਾਰਤ ਦੇ ਲੌਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੀ ਜਨਮ ਜਯੰਤੀ ਦਾ ਹੈ, ਜੋ ਦੇਸ਼ ਨੂੰ ਏਕਤਾ ਦੇ ਸੂਤਰ ਵਿੱਚ ਪਿਰੋਣ ਵਾਲੇ ਮਹਾਨਾਇਕ ਸਨ। ਸਰਦਾਰ ਪਟੇਲ ਵਿੱਚ ਜਿੱਥੇ ਲੋਕਾਂ ਨੂੰ ਇਕਜੁੱਟ ਕਰਨ ਦੀ ਅਨੋਖੀ ਸਮਰੱਥਾ ਸੀ, ਉੱਥੇ ਹੀ ਉਹ ਉਨ੍ਹਾਂ ਲੋਕਾਂ ਨਾਲ ਵੀ ਤਾਲਮੇਲ ਬਿਠਾ ਲੈਂਦੇ ਸਨ ਜਿਨ੍ਹਾਂ ਨਾਲ ਵਿਚਾਰਕ ਮਤਭੇਦ ਹੁੰਦੇ ਸਨ। ਸਰਦਾਰ ਪਟੇਲ ਛੋਟੀ ਤੋਂ ਛੋਟੀ ਚੀਜ਼ ਨੂੰ ਵੀ ਬਹੁਤ ਗਹਿਰਾਈ ਨਾਲ ਵੇਖਦੇ ਸਨ, ਪਰਖਦੇ ਸਨ। ਸਹੀ ਅਰਥਾਂ ਵਿੱਚ ਉਹ ਮੈਨ ਆਫ ਡਿਟੇਲ ਸਨ। ਇਸ ਦੇ ਨਾਲ ਹੀ ਉਹ ਸੰਗਠਨ ਕੌਸ਼ਲ ਵਿੱਚ ਵੀ ਨਿਪੁੰਨ ਸਨ। ਯੋਜਨਾਵਾਂ ਨੂੰ ਤਿਆਰ ਕਰਨ ਅਤੇ ਰਣਨੀਤੀ ਬਣਾਉਣ ਵਿੱਚ ਉਨ੍ਹਾਂ ਨੂੰ ਮੁਹਾਰਤ ਹਾਸਲ ਸੀ। ਸਰਦਾਰ ਸਾਹਿਬ ਦੀ ਕਾਰਜਸ਼ੈਲੀ ਦੇ ਵਿਸ਼ੇ ਵਿੱਚ ਜਦੋਂ ਪੜ੍ਹਦੇ ਹਾਂ, ਸੁਣਦੇ ਹਾਂ, ਤਾਂ ਪਤਾ ਲੱਗਦਾ ਹੈ ਕਿ ਪਲੈਨਿੰਗ ਕਿੰਨੀ ਜ਼ਬਰਦਸਤ ਹੁੰਦੀ ਸੀ। 1921 ਵਿੱਚ 1921 ਵਿੱਚ ਅਹਿਮਦਾਬਾਦ ਵਿੱਚ ਕਾਂਗਰਸ ਦੇ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਦੇਸ਼ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਡੈਲੀਗੇਟਸ ਪਹੁੰਚਣ ਵਾਲੇ ਸਨ। ਸਮਾਗਮ ਦੀ ਸਾਰੀ ਵਿਵਸਥਾ ਦੀ ਜ਼ਿੰਮੇਵਾਰੀ ਸਰਦਾਰ ਪਟੇਲ 'ਤੇ ਸੀ। ਇਸ ਮੌਕੇ ਦਾ ਉਪਯੋਗ ਉਨ੍ਹਾਂ ਨੇ ਸ਼ਹਿਰ ਵਿੱਚ ਪਾਣੀ ਸਪਲਾਈ ਦੇ ਨੈੱਟਵਰਕ ਨੂੰ ਸੁਧਾਰਨ ਦੇ ਲਈ ਵੀ ਕੀਤਾ। ਇਹ ਨਿਸ਼ਚਿਤ ਕੀਤਾ ਕਿ ਕਿਸੇ ਨੂੰ ਵੀ ਪਾਣੀ ਦੀ ਦਿੱਕਤ ਨਾ ਹੋਵੇ। ਇਹੀ ਨਹੀਂ, ਉਨ੍ਹਾਂ ਨੂੰ ਇਸ ਗੱਲ ਦਾ ਵੀ ਫਿਕਰ ਸੀ ਕਿ ਸਮਾਗਮ ਸਥਾਨ ਤੋਂ ਕਿਸੇ ਡੈਲੀਗੇਟ ਦਾ ਸਮਾਨ ਜਾਂ ਉਸ ਦੇ ਜੁੱਤੇ ਚੋਰੀ ਨਾ ਹੋ ਜਾਣ। ਅਤੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਦਾਰ ਪਟੇਲ ਨੇ ਜੋ ਕੀਤਾ, ਉਹ ਜਾਣ ਕੇ ਤੁਹਾਨੂੰ ਬਹੁਤ ਹੈਰਾਨੀ ਹੋਏਗੀ। ਉਨ੍ਹਾਂ ਨੇ ਕਿਸਾਨਾਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਖਾਦੀ ਦੇ ਬੈਗ ਬਣਾਉਣ ਦਾ ਅਨੁਰੋਧ ਕੀਤਾ। ਕਿਸਾਨਾਂ ਨੇ ਬੈਗ ਬਣਾਏ ਅਤੇ ਪ੍ਰਤੀਨਿਧੀਆਂ ਨੂੰ ਵੇਚੇ। ਇਨ੍ਹਾਂ ਬੈਗਜ਼ ਵਿੱਚ ਜੁੱਤੇ ਪਾ ਕੇ ਆਪਣੇ ਨਾਲ ਰੱਖਣ ਨਾਲ ਡੈਲੀਗੇਟਸ ਦੇ ਮਨਾਂ ਵਿੱਚੋਂ ਜੁੱਤੇ ਚੋਰੀ ਹੋਣ ਦੀ ਟੈਨਸ਼ਨ ਖਤਮ ਹੋ ਗਈ। ਉੱਥੇ ਹੀ ਦੂਸਰੇ ਪਾਸੇ ਖਾਦੀ ਦੀ ਵਿਕਰੀ ਵਿੱਚ ਵੀ ਕਾਫੀ ਵਾਧਾ ਹੋਇਆ। ਸੰਵਿਧਾਨ ਸਭਾ ਵਿੱਚ ਵਰਣਨਯੋਗ ਭੂਮਿਕਾ ਨਿਭਾਉਣ ਦੇ ਲਈ ਸਾਡਾ ਦੇਸ਼ ਸਰਦਾਰ ਪਟੇਲ ਦਾ ਹਮੇਸ਼ਾ ਰਿਣੀ ਰਹੇਗਾ। ਉਨ੍ਹਾਂ ਨੇ ਮੌਲਿਕ ਅਧਿਕਾਰਾਂ ਨੂੰ ਨਿਸ਼ਚਿਤ ਕਰਨ ਦਾ ਮਹੱਤਵਪੂਰਨ ਕੰਮ ਕੀਤਾ ਤਾਂ ਜੋ ਜਾਤੀ ਅਤੇ ਸੰਪਰਦਾਇ ਦੇ ਆਧਾਰ 'ਤੇ ਹੋਣ ਵਾਲੇ ਕਿਸੇ ਵੀ ਭੇਦਭਾਵ ਦੀ ਗੁੰਜਾਇਸ਼ ਨਾ ਬਚੇ। ਸਾਥੀਓ, ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਦੇ ਰੂਪ ਵਿੱਚ ਸਰਦਾਰ ਵੱਲਭ ਭਾਈ ਪਟੇਲ ਨੇ ਰਿਆਸਤਾਂ ਨੂੰ ਇੱਕ ਕਰਨ ਦਾ ਇੱਕ ਬਹੁਤ ਵੱਡਾ, ਮਹੱਤਵਪੂਰਨ ਅਤੇ ਇਤਿਹਾਸਿਕ ਕੰਮ ਕੀਤਾ। ਸਰਦਾਰ ਵੱਲਭ ਭਾਈ ਪਟੇਲ ਦੀ ਇਹ ਵਿਸ਼ੇਸ਼ਤਾ ਸੀ ਜਿਨ੍ਹਾਂ ਦੀ ਨਜ਼ਰ ਹਰ ਘਟਨਾ 'ਤੇ ਟਿਕੀ ਸੀ। ਇੱਕ ਪਾਸੇ ਉਨ੍ਹਾਂ ਦੀ ਨਜ਼ਰ ਹੈਦਰਾਬਾਦ, ਜੂਨਾਗੜ੍ਹ ਅਤੇ ਹੋਰ ਰਾਜਾਂ 'ਤੇ ਕੇਂਦਰਿਤ ਸੀ। ਉੱਥੇ ਹੀ ਦੂਸਰੇ ਪਾਸੇ ਉਨ੍ਹਾਂ ਦਾ ਧਿਆਨ ਦੂਰ ਦੁਰਾਡੇ ਦੱਖਣ ਵਿੱਚ ਲਕਸ਼ਦੀਪ 'ਤੇ ਵੀ ਸੀ। ਦਰਅਸਲ ਜਦੋਂ ਅਸੀਂ ਸਰਦਾਰ ਪਟੇਲ ਦੀਆਂ ਕੋਸ਼ਿਸ਼ਾਂ ਦੀ ਗੱਲ ਕਰਦੇ ਹਾਂ ਤਾਂ ਦੇਸ਼ ਦੇ ਏਕੀਕਰਨ ਵਿੱਚ ਕੁਝ ਖਾਸ ਰਾਜਾਂ ਵਿੱਚ ਹੀ ਉਨ੍ਹਾਂ ਦੀ ਭੂਮਿਕਾ ਦੀ ਚਰਚਾ ਹੁੰਦੀ ਹੈ। ਲਕਸ਼ਦੀਪ ਵਰਗੀ ਛੋਟੀ ਜਗ੍ਹਾ ਦੇ ਲਈ ਵੀ ਉਨ੍ਹਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਇਸ ਗੱਲ ਨੂੰ ਲੋਕ ਸ਼ਾਇਦ ਹੀ ਯਾਦ ਕਰਦੇ ਨੇ। ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਲਕਸ਼ਦੀਪ ਕੁਝ ਟਾਪੂਆਂ ਦਾ ਸਮੂਹ ਹੈ। ਇਹ ਭਾਰਤ ਦੇ ਸਭ ਤੋਂ ਖੂਬਸੂਰਤ ਖੇਤਰਾਂ ਵਿੱਚੋਂ ਇੱਕ ਹੈ। 1947 ਵਿੱਚ ਭਾਰਤ ਵੰਡ ਦੇ ਤੁਰੰਤ ਬਾਅਦ ਸਾਡੇ ਗੁਆਂਢੀ ਦੀ ਨਜ਼ਰ ਲਕਸ਼ਦੀਪ 'ਤੇ ਸੀ ਅਤੇ ਉਨ੍ਹਾਂ ਨੇ ਆਪਣੇ ਝੰਡੇ ਦੇ ਨਾਲ ਜਹਾਜ਼ ਭੇਜਿਆ ਸੀ। ਸਰਦਾਰ ਪਟੇਲ ਨੂੰ ਜਿਉਂ ਹੀ ਇਸ ਗੱਲ ਦੀ ਜਾਣਕਾਰੀ ਮਿਲੀ, ਉਨ੍ਹਾਂ ਨੇ ਬਗੈਰ ਸਮਾਂ ਗਵਾਏ, ਜ਼ਰਾ ਵੀ ਦੇਰ ਕੀਤੇ ਬਿਨਾਂ ਤੁਰੰਤ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਮੁਡਾਲੀਅਰ ਬ੍ਰਦਰਜ਼,
ਐਰਕੋਟ ਰਾਮਾਸੈਮੀ ਮੁਡਾਲੀਅਰ ਅਤੇ ਐਰਕੋਟ ਲਕਸ਼ਮਣ ਸਵਾਮੀ ਮੁਡਾਲੀਅਰ ਨੂੰ ਕਿਹਾ ਕਿ ਤਰਾਵਣਕੋਰ ਦੇ ਲੋਕਾਂ ਨੂੰ ਨਾਲ ਲੈ ਕੇ ਤੁਰੰਤ ਕੂਚ ਕਰਨ ਅਤੇ ਉੱਥੇ ਤਿਰੰਗਾ ਫਹਿਰਾਉਣ। ਲਕਸ਼ਦੀਪ ਵਿੱਚ ਤਿਰੰਗਾ ਪਹਿਲਾਂ ਫਹਿਰਾਉਣਾ ਚਾਹੀਦਾ ਹੈ। ਉਨ੍ਹਾਂ ਦੇ ਆਦੇਸ਼ ਦੇ ਫੌਰਨ ਬਾਅਦ ਉੱਥੇ ਤਿਰੰਗਾ ਫਹਿਰਾਇਆ ਗਿਆ ਅਤੇ ਲਕਸ਼ਦੀਪ 'ਤੇ ਕਬਜ਼ਾ ਕਰਨ ਦੇ ਗੁਆਂਢੀ ਦੇ ਹਰ ਮਨਸੂਬੇ ਨੂੰ ਵੇਖਦਿਆਂ ਹੀ ਵੇਖਦਿਆਂ ਢਹਿ ਢੇਰੀ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਸਰਦਾਰ ਪਟੇਲ ਨੇ ਮੁਡਾਲੀਅਰ ਬ੍ਰਦਰਜ਼ ਨੂੰ ਕਿਹਾ ਕਿ ਉਹ ਵਿਅਕਤੀਗਤ ਰੂਪ ਵਿੱਚ ਨਿਸ਼ਚਿਤ ਕਰਨ ਕਿ ਲਕਸ਼ਦੀਪ ਨੂੰ ਵਿਕਾਸ ਦੇ ਲਈ ਹਰ ਜ਼ਰੂਰੀ ਮਦਦ ਮਿਲੇ। ਅੱਜ ਲਕਸ਼ਦੀਪ ਭਾਰਤ ਦੀ ਤਰੱਕੀ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਦੇ ਰਿਹਾ ਹੈ। ਇਹ ਇੱਕ ਦਿਲ ਖਿੱਚਵਾਂ ਟੂਰਿਸਟ ਡੈਸਟੀਨੇਸ਼ਨ ਵੀ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਵੀ ਇਸ ਦੇ ਖੂਬਸੂਰਤ ਟਾਪੂਆਂ ਅਤੇ ਸਮੁੰਦਰੀ ਤਟਾਂ ਦੀ ਯਾਤਰਾ ਕਰੋਗੇ। ਮੇਰੇ ਪਿਆਰੇ ਦੇਸ਼ ਵਾਸੀਓ, 31 ਅਕਤੂਬਰ 2018 ਦਾ ਦਿਨ, ਜਿਸ ਦਿਨ ਸਰਦਾਰ ਸਾਹਿਬ ਦੀ ਯਾਦ ਵਿੱਚ ਬਣਿਆ ਸਟੈਚੂ ਆਫ ਯੂਨਿਟੀ ਦੇਸ਼ ਅਤੇ ਦੁਨੀਆ ਨੂੰ ਸਮਰਪਿਤ ਕੀਤਾ ਗਿਆ ਸੀ, ਇਹ ਦੁਨੀਆ ਦਾ ਸਭ ਤੋਂ ਉੱਚਾ ਬੁੱਤ ਹੈ। ਅਮਰੀਕਾ ਵਿੱਚ ਸਟੈਚੂ ਆਫ ਲਿਬਰਟੀ ਤੋਂ ਵੀ ਉਚਾਈ ਵਿੱਚ ਡਬਲ ਹੈ। ਦੁਨੀਆ ਦਾ ਸਭ ਤੋਂ ਉੱਚਾ ਬੁੱਤ ਹਰ ਹਿੰਦੁਸਤਾਨੀ ਨੂੰ ਮਾਣ ਨਾਲ ਭਰ ਦਿੰਦਾ ਹੈ। ਹਰ ਹਿੰਦੁਸਤਾਨੀ ਦਾ ਸਿਰ ਸ਼ਾਨ ਨਾਲ ਉੱਚਾ ਹੋ ਜਾਂਦਾ ਹੈ। ਤੁਹਾਨੂੰ ਖੁਸ਼ੀ ਹੋਏਗੀ ਕਿ ਇੱਕ ਸਾਲ ਵਿੱਚ 26 ਲੱਖ ਤੋਂ ਜ਼ਿਆਦਾ ਸੈਲਾਨੀ ਸਟੈਚੂ ਆਫ ਯੂਨਿਟੀ ਵੇਖਣ ਲਈ ਪਹੁੰਚੇ। ਇਸ ਦਾ ਮਤਲਬ ਹੋਇਆ ਕਿ ਹਰ ਰੋਜ਼ ਔਸਤਨ 8,500 ਲੋਕ ਸਟੈਚੂ ਆਫ ਯੂਨਿਟੀ ਦੀ ਸ਼ਾਨ ਦੇ ਗਵਾਹ ਨੇ। ਸਰਦਾਰ ਵੱਲਭ ਭਾਈ ਪਟੇਲ ਦੇ ਪ੍ਰਤੀ ਉਨ੍ਹਾਂ ਦੇ ਦਿਲ ਵਿੱਚ ਜੋ ਆਸਥਾ ਹੈ, ਸ਼ਰਧਾ ਹੈ, ਉਸ ਨੂੰ ਪ੍ਰਗਟ ਕੀਤਾ ਅਤੇ ਹੁਣ ਤਾਂ ਉੱਥੇ ਕੈਕਟਸ ਗਾਰਡਨ, ਬਟਰਫਲਾਈ ਗਾਰਡਨ, ਜੰਗਲ ਸਫਾਰੀ, ਚਿਲਡਰਨ ਨਿਊਟ੍ਰੀਸ਼ਨ ਪਾਰਕ, ਏਕਤਾ ਨਰਸਰੀ ਅਜਿਹੇ ਅਨੇਕਾਂ ਦਿਲ ਖਿੱਚਵੇਂ ਕੇਂਦਰ ਲਗਾਤਾਰ ਵਿਕਸਿਤ ਹੁੰਦੇ ਜਾ ਰਹੇ ਨੇ ਅਤੇ ਇਸ ਨਾਲ ਸਥਾਨਕ ਅਰਥ ਵਿਵਸਥਾ ਨੂੰ ਵੀ ਹੱਲਾਸ਼ੇਰੀ ਮਿਲ ਰਹੀ ਹੈ ਅਤੇ ਲੋਕਾਂ ਨੂੰ ਰੋਜ਼ਗਾਰ ਦੇ ਨਵੇਂ-ਨਵੇਂ ਮੌਕੇ ਵੀ ਮਿਲ ਰਹੇ ਨੇ। ਆਉਣ ਵਾਲੇ ਸੈਲਾਨੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਪਿੰਡ ਵਾਲੇ ਆਪਣੇ-ਆਪਣੇ ਘਰਾਂ ਵਿੱਚ ਹੋਮ ਸਟੇਅ ਦੀ ਸੁਵਿਧਾ ਉਪਲਬਧ ਕਰਵਾ ਰਹੇ ਨੇ। ਹੋਮ ਸਟੇਅ ਫੈਸਿਲਿਟੀਜ਼ ਉਪਲਬਧ ਕਰਾਉਣ ਵਾਲੇ ਲੋਕਾਂ ਨੂੰ ਪ੍ਰੋਫੈਸ਼ਨਲ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ। ਉੱਥੋਂ ਦੇ ਲੋਕਾਂ ਨੇ ਹੁਣ ਡਰੈਗਨ ਫਰੂਟ ਦੀ ਖੇਤੀ ਵੀ ਸ਼ੁਰੂ ਕਰ ਦਿੱਤੀ ਹੈ ਅਤੇ ਮੈਨੂੰ ਯਕੀਨ ਹੈ ਕਿ ਜਲਦੀ ਹੀ ਉੱਥੋਂ ਦੇ ਲੋਕਾਂ ਦੇ ਰੋਜ਼ਗਾਰ ਦਾ ਮੁੱਖ ਸਰੋਤ ਵੀ ਬਣ ਜਾਏਗਾ। ਸਾਥੀਓ, ਦੇਸ਼ ਦੇ ਲਈ, ਸਾਰੇ ਰਾਜਾਂ ਦੇ ਲਈ, ਟੂਰਿਜ਼ਮ ਇੰਡਸਟਰੀਜ਼ ਦੇ ਲਈ ਇਹ ਸਟੈਚੂ ਆਫ ਯੂਨਿਟੀ ਇੱਕ ਅਧਿਐਨ ਦਾ ਵਿਸ਼ਾ ਹੋ ਸਕਦਾ ਹੈ। ਅਸੀਂ ਸਾਰੇ ਇਸ ਦੇ ਗਵਾਹ ਕਿ ਕਿਵੇਂ ਇੱਕ ਸਾਲ ਦੇ ਅੰਦਰ-ਅੰਦਰ ਇੱਕ ਸਥਾਨ ਵਿਸ਼ਵ ਪ੍ਰਸਿੱਧ ਟੂਰਿਜ਼ਮ ਡੈਸਟੀਨੇਸ਼ਨ ਦੇ ਤੌਰ 'ਤੇ ਵਿਕਸਿਤ ਹੁੰਦਾ ਹੈ। ਉੱਥੇ ਦੇਸ਼-ਵਿਦੇਸ਼ ਤੋਂ ਲੋਕ ਆਉਂਦੇ ਨੇ। ਟਰਾਂਸਪੋਰਟ ਦੀ, ਠਹਿਰਣ ਦੀ, ਗਾਈਡਸ ਦੀ ਈਕੋ ਫ੍ਰੈਂਡਲੀ ਵਿਵਸਥਾਵਾਂ ਇੱਕ ਤੋਂ ਬਾਅਦ ਇੱਕ ਆਪਣੇ ਆਪ ਬਹੁਤ ਸਾਰੀਆਂ ਵਿਵਸਥਾਵਾਂ ਵਿਕਸਿਤ ਹੁੰਦੀਆਂ ਜਾ ਰਹੀਆਂ ਨੇ। ਬਹੁਤ ਵੱਡੀ ਇਕੋਨੋਮੀ ਡਿਵੈਲਪ ਹੋ ਰਹੀ ਹੈ ਅਤੇ ਯਾਤਰੀਆਂ ਦੀ ਜ਼ਰੂਰਤ ਦੇ ਅਨੁਸਾਰ ਲੋਕ ਉੱਥੇ ਸੁਵਿਧਾਵਾਂ ਪੈਦਾ ਕਰ ਰਹੇ ਨੇ। ਸਰਕਾਰ ਵੀ ਆਪਣੀ ਭੂਮਿਕਾ ਨਿਭਾ ਰਹੀ ਹੈ। ਸਾਥੀਓ, ਕਿਹੜਾ ਹਿੰਦੁਸਤਾਨੀ ਹੋਏਗਾ ਜਿਸ ਨੂੰ ਇਸ ਗੱਲ ਦਾ ਫਖਰ ਨਹੀਂ ਹੋਏਗਾ ਕਿ ਪਿਛਲੇ ਦਿਨੀਂ ਟਾਈਮ ਮੈਗਜ਼ੀਨ ਨੇ ਦੁਨੀਆ ਦੇ 100 ਮਹੱਤਵਪੂਰਨ ਟੂਰਿਸਟ ਡੈਸਟੀਨੇਸ਼ਨ ਵਿੱਚ ਸਟੈਚੂ ਆਫ ਯੂਨਿਟੀ ਨੂੰ ਵੀ ਅਹਿਮ ਸਥਾਨ ਦਿੱਤਾ ਹੈ। ਮੈਨੂੰ ਆਸ਼ਾ ਹੈ ਕਿ ਤੁਸੀਂ ਸਾਰੇ ਲੋਕ ਆਪਣੇ ਕੀਮਤੀ ਸਮੇਂ ਵਿੱਚੋਂ ਕੁਝ ਵਕਤ ਕੱਢ ਕੇ ਸਟੈਚੂ ਆਫ ਯੂਨਿਟੀ ਵੇਖਣ ਤਾਂ ਜਾਓਗੇ ਹੀ, ਲੇਕਿਨ ਮੇਰਾ ਅਨੁਰੋਧ ਹੈ ਕਿ ਹਰ ਹਿੰਦੁਸਤਾਨੀ ਜੋ ਯਾਤਰਾ ਕਰਨ ਦੇ ਲਈ ਸਮਾਂ ਕੱਢਦਾ ਹੈ, ਉਹ ਭਾਰਤ ਦੇ ਘੱਟ ਤੋਂ ਘੱਟ 15 ਟੂਰਿਸਟ ਡੈਸਟੀਨੇਸ਼ਨ ਪਰਿਵਾਰ ਦੇ ਨਾਲ ਜਾਵੇ। ਜਿੱਥੇ ਜਾਵੇ ਉੱਥੇ ਰਾਤ ਨੂੰ ਰੁਕੇ। ਇਹ ਮੇਰਾ ਅਨੁਰੋਧ ਤਾਂ ਬਰਕਰਾਰ ਹੀ ਹੈ। ਸਾਥੀਓ, ਜਿਵੇਂ ਕਿ ਤੁਸੀਂ ਜਾਣਦੇ ਹੋ, 2014 ਤੋਂ ਹਰ ਸਾਲ 31 ਅਕਤੂਬਰ ਨੂੰ ਰਾਸ਼ਟਰੀ ਏਕਤਾ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਸਾਨੂੰ ਆਪਣੀ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਦੀ ਹਰ ਕੀਮਤ 'ਤੇ ਰੱਖਿਆ ਕਰਨ ਦਾ ਸੁਨੇਹਾ ਦਿੰਦਾ ਹੈ। 31 ਅਕਤੂਬਰ ਨੂੰ ਹਰ ਵਾਰ ਦੀ ਤਰ੍ਹਾਂ ਰਨ ਫਾਰ ਯੂਨਿਟੀ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ। ਇਸ ਵਿੱਚ ਸਮਾਜ ਦੇ ਹਰ ਵਰਗ ਦੇ, ਹਰ ਤਬਕੇ ਦੇ ਲੋਕ ਸ਼ਾਮਿਲ ਹੋਣਗੇ। ਰਨ ਫਾਰ ਯੂਨਿਟੀ ਇਸ ਗੱਲ ਦਾ ਪ੍ਰਤੀਕ ਹੈ।
ਇਹ ਦੇਸ਼ ਇੱਕ ਹੈ, ਇੱਕ ਦਿਸ਼ਾ ਵੱਲ ਚੱਲ ਰਿਹਾ ਹੈ ਅਤੇ ਇੱਕ ਟੀਚੇ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ। ਇੱਕ ਟੀਚਾ, ਇੱਕ ਭਾਰਤ, ਸ਼੍ਰੇਸ਼ਠ ਭਾਰਤ। ਪਿਛਲੇ 5 ਸਾਲਾਂ ਦੌਰਾਨ ਵੇਖਿਆ ਗਿਆ ਹੈ, ਨਾ ਸਿਰਫ ਦਿੱਲੀ ਬਲਕਿ ਹਿੰਦੁਸਤਾਨ ਦੇ ਸੈਂਕੜੇ ਸ਼ਹਿਰਾਂ ਵਿੱਚ, ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ, ਰਾਜਧਾਨੀਆਂ ਵਿੱਚ, ਜ਼ਿਲ੍ਹਾ ਕੇਂਦਰਾਂ ਵਿੱਚ, ਛੋਟੇ-ਛੋਟੇ ਟੀਅਰ 2 ਟੀਅਰ 3 ਸਿਟੀ ਵਿੱਚ ਵੀ ਬਹੁਤ ਵੱਡੀ ਮਾਤਰਾ ਵਿੱਚ ਮਰਦ ਹੋਵੇ, ਔਰਤ ਹੋਵੇ, ਸ਼ਹਿਰ ਦੇ ਲੋਕ ਹੋਣ, ਪਿੰਡ ਦੇ ਲੋਕ ਹੋਣ, ਬੱਚੇ ਹੋਣ, ਨੌਜਵਾਨ ਹੋਣ, ਬਿਰਧ ਲੋਕ ਹੋਣ, ਦਿਵਿਆਂਗ ਲੋਕ ਹੋਣ, ਸਾਰੇ ਲੋਕ ਬਹੁਤ ਵੱਡੀ ਮਾਤਰਾ ਵਿੱਚ ਸ਼ਾਮਿਲ ਹੋ ਰਹੇ ਨੇ। ਵੈਸੇ ਵੀ ਅੱਜਕੱਲ੍ਹ ਵੇਖੀਏ ਤਾਂ ਲੋਕਾਂ ਵਿੱਚ ਮੈਰਾਥਨ ਨੂੰ ਲੈ ਕੇ ਇੱਕ ਸ਼ੌਂਕ ਅਤੇ ਜਨੂੰਨ ਵੇਖਣ ਨੂੰ ਮਿਲ ਰਿਹਾ ਹੈ। ਰਨ ਫੋਰ ਯੂਨਿਟੀ ਵੀ ਤਾਂ ਇੱਕ ਅਜਿਹਾ ਹੀ ਅਨੋਖਾ ਪ੍ਰੋਵੀਜ਼ਨ ਹੈ। ਦੌੜਨਾ ਮਨ, ਦਿਮਾਗ ਅਤੇ ਸਰੀਰ ਸਾਰਿਆਂ ਦੇ ਲਈ ਲਾਭਕਾਰੀ ਹੈ। ਇੱਥੇ ਤਾਂ ਦੌੜਦੇ ਵੀ ਹਾਂ, ਫਿੱਟ ਇੰਡੀਆ ਦੇ ਭਾਵ ਨੂੰ ਦਰਸਾਉਂਦੇ ਵੀ ਹਾਂ, ਨਾਲ-ਨਾਲ ਇੱਕ ਭਾਰਤ, ਸ਼੍ਰੇਸ਼ਠ ਭਾਰਤ, ਇਸ ਪਰਪਜ਼ ਨਾਲ ਵੀ ਅਸੀਂ ਜੁੜ ਜਾਂਦੇ ਹਾਂ ਅਤੇ ਇਸ ਲਈ ਸਿਰਫ ਸਰੀਰ ਨਹੀਂ, ਮਨ ਅਤੇ ਸੰਸਕਾਰ ਭਾਰਤ ਦੀ ਏਕਤਾ ਦੇ ਲਈ, ਭਾਰਤ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾਉਣ ਲਈ। ਅਤੇ ਇਸ ਲਈ ਤੁਸੀਂ ਜਿਸ ਵੀ ਸ਼ਹਿਰ ਵਿੱਚ ਰਹਿੰਦੇ ਹੋ, ਉੱਥੇ ਆਪਣੇ ਆਲੇ-ਦੁਆਲੇ ਰਨ ਫੋਰ ਯੂਨਿਟੀ ਦੇ ਬਾਰੇ ਪਤਾ ਕਰ ਸਕਦੇ ਹੋ। ਇਸ ਦੇ ਲਈ ਇੱਕ ਪੋਰਟਲ ਲਾਂਚ ਕੀਤਾ ਗਿਆ ਹੈ, runforunity.gov.in। ਇਸ ਪੋਰਟਲ ਵਿੱਚ ਦੇਸ਼ ਭਰ ਦੇ ਉਨ੍ਹਾਂ ਸਥਾਨਾਂ ਦੀ ਜਾਣਕਾਰੀ ਦਿੱਤੀ ਗਈ ਹੈ ਜਿੱਥੇ ਰਨ ਫੋਰ ਯੂਨਿਟੀ ਦਾ ਆਯੋਜਨ ਹੋਣਾ ਹੈ। ਮੈਨੂੰ ਆਸ ਹੈ ਕਿ ਤੁਸੀਂ ਸਾਰੇ 31 ਅਕਤੂਬਰ ਨੂੰ ਜ਼ਰੂਰ ਦੌੜੋਗੇ, ਭਾਰਤ ਦੀ ਏਕਤਾ ਦੇ ਲਈ, ਖੁਦ ਦੀ ਫਿਟਨੈਸ ਦੇ ਲਈ ਵੀ। ਮੇਰੇ ਪਿਆਰੇ ਦੇਸ਼ਵਾਸੀਓ, ਸਰਦਾਰ ਪਟੇਲ ਨੇ ਦੇਸ਼ ਨੂੰ ਏਕਤਾ ਦੇ ਸੂਤਰ ਵਿੱਚ ਬੰਨ੍ਹਿਆ। ਏਕਤਾ ਦਾ ਇਹ ਮੰਤਰ ਸਾਡੇ ਜੀਵਨ ਵਿੱਚ ਸੰਸਕਾਰ ਦੀ ਤਰ੍ਹਾਂ ਹੈ ਅਤੇ ਭਾਰਤ ਵਰਗੇ ਵਿਭਿੰਨਤਾਵਾਂ ਨਾਲ ਭਰੇ ਦੇਸ਼ ਵਿੱਚ ਸਾਨੂੰ ਹਰ ਪੱਧਰ 'ਤੇ, ਹਰ ਰਾਹ 'ਤੇ, ਹਰ ਮੋੜ 'ਤੇ, ਹਰ ਪੜਾਅ 'ਤੇ ਏਕਤਾ ਦੇ ਇਸ ਮੰਤਰ ਨੂੰ ਮਜ਼ਬੂਤੀ ਦਿੰਦੇ ਰਹਿਣਾ ਚਾਹੀਦਾ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਦੇਸ਼ ਦੀ ਏਕਤਾ ਅਤੇ ਆਪਸੀ ਸਦਭਾਵਨਾ ਨੂੰ ਮਜ਼ਬੂਤ ਕਰਨ ਦੇ ਲਈ ਸਾਡਾ ਸਮਾਜ ਹਮੇਸ਼ਾ ਤੋਂ ਬਹੁਤ ਸਰਗਰਮ ਅਤੇ ਚੌਕੰਨਾ ਰਿਹਾ ਹੈ। ਅਸੀਂ ਆਪਣੇ ਆਲੇ-ਦੁਆਲੇ ਵੀ ਵੇਖੀਏ ਤਾਂ ਅਜਿਹੇ ਕਈ ਉਦਾਹਰਣ ਮਿਲਣਗੇ ਜੋ ਆਪਸੀ ਸਦਭਾਵ ਨੂੰ ਵਧਾਉਣ ਦੇ ਲਈ ਨਿਰੰਤਰ ਕੰਮ ਕਰ ਰਹੇ ਨੇ। ਲੇਕਿਨ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਸਮਾਜ ਦੀਆਂ ਕੋਸ਼ਿਸ਼ਾਂ, ਉਸ ਦਾ ਯੋਗਦਾਨ ਬਹੁਤ ਜਲਦੀ ਭੁਲਾ ਦਿੱਤਾ ਜਾਂਦਾ ਹੈ। ਸਾਥੀਓ, ਮੈਨੂੰ ਯਾਦ ਹੈ ਕਿ ਸਤੰਬਰ 2010 ਵਿੱਚ ਜਦੋਂ ਰਾਮ ਜਨਮ ਭੂਮੀ ਬਾਰੇ ਇਲਾਹਾਬਾਦ ਹਾਈ ਕੋਰਟ ਨੇ ਆਪਣਾ ਫੈਸਲਾ ਸੁਣਾਇਆ, ਜ਼ਰਾ ਉਨ੍ਹਾਂ ਦਿਨਾਂ ਨੂੰ ਯਾਦ ਕਰੋ। ਕਿਹੋ ਜਿਹਾ ਮਾਹੌਲ ਸੀ, ਤਰ੍ਹਾਂ-ਤਰ੍ਹਾਂ ਦੇ ਕਿੰਨੇ ਲੋਕ ਮੈਦਾਨ ਵਿੱਚ ਆ ਗਏ ਸਨ, ਕਿਵੇਂ-ਕਿਵੇਂ ਇੰਟਰਸਟ ਗਰੁੱਪਸ ਉਨ੍ਹਾਂ ਹਾਲਾਤਾਂ ਦਾ ਆਪਣੇ-ਆਪਣੇ ਤਰੀਕੇ ਨਾਲ ਫਾਇਦਾ ਉਠਾਉਣ ਦੇ ਲਈ ਖੇਡ ਖੇਡ ਰਹੇ ਸਨ। ਮਾਹੌਲ ਵਿੱਚ ਗਰਮਾਹਟ ਪੈਦਾ ਕਰਨ ਦੇ ਲਈ ਕਿਸ-ਕਿਸ ਪ੍ਰਕਾਰ ਦੀ ਭਾਸ਼ਾ ਬੋਲੀ ਜਾਂਦੀ ਸੀ, ਭਿੰਨ-ਭਿੰਨ ਤਰ੍ਹਾਂ ਨਾਲ ਤਿੱਖਾਪਣ ਭਰਨ ਦੀ ਵੀ ਕੋਸ਼ਿਸ਼ ਹੁੰਦੀ ਸੀ। ਕੁਝ ਬਿਆਨਬਾਜ਼ਾਂ ਨੇ ਅਤੇ ਕੁਝ ਬੜਬੋਲਿਆਂ ਨੇ ਸਿਰਫ ਅਤੇ ਸਿਰਫ ਖੁਦ ਨੂੰ ਚਮਕਾਉਣ ਦੇ ਇਰਾਦੇ ਨਾਲ ਪਤਾ ਨਹੀਂ ਕੀ ਬੋਲ ਦਿੱਤਾ ਸੀ। ਕਿਹੋ ਜਿਹੀਆਂ ਗੈਰ ਜ਼ਿੰਮੇਦਾਰਾਨਾ ਗੱਲਾਂ ਕੀਤੀਆਂ ਸਨ, ਸਾਨੂੰ ਸਭ ਯਾਦ ਹੈ। ਪਰ ਇਹ ਸਭ 5 ਦਿਨ, 7 ਦਿਨ, 10 ਦਿਨ ਚੱਲਦਾ ਰਿਹਾ। ਪਰ ਜਿਉਂ ਹੀ ਫੈਸਲਾ ਆਇਆ, ਇੱਕ ਆਨੰਦਦਾਇਕ, ਹੈਰਾਨੀਜਨਕ ਬਦਲਾਅ ਦੇਸ਼ ਨੇ ਮਹਿਸੂਸ ਕੀਤਾ। ਇੱਕ ਪਾਸੇ ਤਾਂ 2 ਹਫ਼ਤਿਆਂ ਤੱਕ ਗਰਮਾਹਟ ਦੇ ਲਈ ਸਭ ਕੁਝ ਹੋਇਆ ਸੀ, ਲੇਕਿਨ ਜਦੋਂ ਰਾਮ ਜਨਮ ਭੂਮੀ ਬਾਰੇ ਫੈਸਲਾ ਆਇਆ ਤਾਂ ਸਰਕਾਰ ਨੇ, ਰਾਜਨੀਤਿਕ ਦਲਾਂ ਨੇ, ਸਮਾਜਿਕ ਸੰਗਠਨਾਂ ਨੇ, ਸਿਵਲ ਸੁਸਾਇਟੀ ਨੇ, ਸਾਰੇ ਸਮੂਹਾਂ ਦੇ ਪ੍ਰਤੀਨਿਧੀਆਂ ਨੇ, ਸਾਧੂ ਸੰਤਾਂ ਨੇ ਬਹੁਤ ਹੀ ਸੰਤੁਲਿਤ ਅਤੇ ਸੰਜਮੀ ਬਿਆਨ ਦਿੱਤੇ। ਮਾਹੌਲ ਵਿੱਚ ਤਣਾਅ ਘੱਟ ਕਰਨ ਦੀ ਕੋਸ਼ਿਸ਼। ਅੱਜ ਮੈਨੂੰ ਉਹ ਦਿਨ ਬਿਲਕੁਲ ਯਾਦ ਹੈ। ਜਦੋਂ ਵੀ ਉਸ ਦਿਨ ਨੂੰ ਯਾਦ ਕਰਦਾ, ਮਨ ਨੂੰ ਖੁਸ਼ੀ ਹੁੰਦੀ ਹੈ। ਨਿਆਂਪਾਲਿਕਾ ਦੀ ਮਰਿਆਦਾ ਨੂੰ ਬਹੁਤ ਹੀ ਮਾਣਮੱਤੇ ਢੰਗ ਨਾਲ ਸਨਮਾਨ ਦਿੱਤਾ ਅਤੇ ਕਿਤੇ ਵੀ ਗਰਮਾਹਟ ਦਾ, ਤਣਾਅ ਦਾ ਮਾਹੌਲ ਨਹੀਂ ਬਣਨ ਦਿੱਤਾ। ਇਹ ਗੱਲਾਂ ਹਮੇਸ਼ਾ ਯਾਦ ਰੱਖਣੀਆਂ ਚਾਹੀਦੀਆਂ ਨੇ। ਇਹ ਸਾਨੂੰ ਬਹੁਤ ਤਾਕਤ ਦਿੰਦੀਆਂ ਨੇ। ਉਹ ਦਿਨ, ਉਹ ਪਲ
ਸਾਡੇ ਸਾਰਿਆਂ ਲਈ ਇੱਕ ਫਰਜ਼ ਨੂੰ ਯਾਦ ਕਰਨ ਵਾਂਗ ਹੈ। ਏਕਤਾ ਦਾ ਸੁਰ ਦੇਸ਼ ਨੂੰ ਕਿੰਨੀ ਵੱਡੀ ਤਾਕਤ ਦਿੰਦਾ ਹੈ, ਉਸ ਦਾ ਇਹ ਉਦਾਹਰਣ ਹੈ। ਮੇਰੇ ਪਿਆਰੇ ਦੇਸ਼ਵਾਸੀਓ, 31 ਅਕਤੂਬਰ ਸਾਡੇ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਦੀ ਹੱਤਿਆ ਵੀ ਉਸ ਦਿਨ ਹੋਈ ਸੀ। ਦੇਸ਼ ਨੂੰ ਇੱਕ ਬਹੁਤ ਵੱਡਾ ਸਦਮਾ ਲੱਗਾ ਸੀ। ਮੈਂ ਅੱਜ ਉਨ੍ਹਾਂ ਨੂੰ ਵੀ ਸ਼ਰਧਾਂਜਲੀ ਦਿੰਦਾ। ਮੇਰੇ ਪਿਆਰੇ ਦੇਸ਼ਵਾਸੀਓ, ਅੱਜ ਘਰ-ਘਰ ਦੀ ਜੇਕਰ ਕੋਈ ਇੱਕ ਕਹਾਣੀ ਦੂਰ ਤੱਕ ਸੁਣਾਈ ਦਿੰਦੀ ਹੈ, ਹਰ ਪਿੰਡ ਦੀ ਕੋਈ ਇੱਕ ਕਹਾਣੀ ਸੁਣਾਈ ਦਿੰਦੀ ਹੈ, ਉੱਤਰ ਤੋਂ ਦੱਖਣ, ਪੂਰਬ ਤੋਂ ਪੱਛਮ, ਹਿੰਦੁਸਤਾਨ ਦੇ ਹਰ ਕੋਨੇ ਤੋਂ ਇੱਕ ਕਹਾਣੀ ਸੁਣਾਈ ਦਿੰਦੀ ਹੈ, ਤਾਂ ਉਹ ਹੈ ਸਵੱਛਤਾ ਦੀ। ਹਰ ਵਿਅਕਤੀ, ਹਰ ਪਰਿਵਾਰ ਨੂੰ, ਹਰ ਪਿੰਡ ਨੂੰ ਸਵੱਛਤਾ ਦੇ ਸੰਬੰਧ ਵਿੱਚ ਆਪਣੇ ਸੁਖਦ ਅਨੁਭਵ ਕਹਿਣ ਦਾ ਮਨ ਕਰਦਾ ਹੈ, ਕਿਉਂਕਿ ਸਵੱਛਤਾ ਦੀ ਇਹ ਕੋਸ਼ਿਸ਼ 125 ਕਰੋੜ ਹਿੰਦੁਸਤਾਨੀਆਂ ਦੀ ਕੋਸ਼ਿਸ਼ ਹੈ। ਨਤੀਜੇ ਦੇ ਮਾਲਕ ਵੀ 125 ਕਰੋੜ ਹਿੰਦੁਸਤਾਨੀ ਹੀ ਨੇ, ਲੇਕਿਨ ਇੱਕ ਸੁਖਦ ਅਨੁਭਵ ਤੇ ਰੋਚਕ ਅਨੁਭਵ ਵੀ ਹੈ। ਮੈਂ ਸੁਣਿਆ, ਮੈਂ ਸੋਚਦਾ ਮੈਂ ਤੁਹਾਨੂੰ ਵੀ ਸੁਣਾਵਾਂ। ਤੁਸੀਂ ਕਲਪਨਾ ਕਰੋ, ਸੰਸਾਰ ਦਾ ਸਭ ਤੋਂ ਉੱਚਾ ਬੈਟਲਫੀਲਡ, ਜਿੱਥੋਂ ਦਾ ਤਾਪਮਾਨ 0 ਤੋਂ 50-60 ਡਿਗਰੀ ਮਾਈਨਸ ਵੀ ਚਲਾ ਜਾਂਦਾ ਹੈ। ਹਵਾ ਵਿੱਚ ਆਕਸੀਜਨ ਵੀ ਬੇਹੱਦ ਘੱਟ ਹੁੰਦੀ ਹੈ। ਇੰਨੀਆਂ ਵਿਪਰੀਤ ਪਰਿਸਥਿਤੀਆਂ ਵਿੱਚ, ਇੰਨੀਆਂ ਚੁਣੌਤੀਆਂ ਦੇ ਵਿੱਚ ਰਹਿਣਾ ਵੀ ਕਿਸੇ ਬਹਾਦਰੀ ਤੋਂ ਘੱਟ ਨਹੀਂ ਹੈ। ਅਜਿਹੇ ਮੁਸ਼ਕਿਲ ਹਾਲਾਤ ਵਿੱਚ ਸਾਡੇ ਬਹਾਦਰ ਜਵਾਨ ਨਾ ਸਿਰਫ ਸੀਨਾ ਤਾਣ ਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਨੇ, ਬਲਕਿ ਉੱਥੇ ਸਵੱਛ ਸਿਆਚੀਨ ਮੁਹਿੰਮ ਵੀ ਚਲਾ ਰਹੇ ਨੇ। ਭਾਰਤੀ ਫੌਜ ਦੇ ਇਸ ਅਨੋਖੇ ਸਮਰਪਣ ਦੇ ਲਈ ਮੈਂ ਦੇਸ਼ਵਾਸੀਆਂ ਵੱਲੋਂ ਉਨ੍ਹਾਂ ਦੀ ਸ਼ਲਾਘਾ ਕਰਦਾ, ਆਭਾਰ ਵਿਅਕਤ ਕਰਦਾ। ਉੱਥੇ ਇੰਨੀ ਠੰਡ ਹੈ ਕਿ ਕੁਝ ਵੀ ਡੀਕੰਪੋਜ਼ ਹੋਣਾ ਮੁਸ਼ਕਿਲ ਹੈ। ਅਜਿਹੇ ਵੇਲੇ ਕੂੜੇ ਕਚਰੇ ਨੂੰ ਵੱਖ ਕਰਨਾ ਅਤੇ ਉਸ ਦਾ ਨਿਪਟਾਰਾ ਕਰਨਾ ਆਪਣੇ ਆਪ ਵਿੱਚ ਕਾਫੀ ਮਹੱਤਵਪੂਰਨ ਕੰਮ ਹੈ। ਅਜਿਹੇ ਵਿੱਚ ਗਲੇਸ਼ੀਅਰ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਇਲਾਕੇ ਤੋਂ 130 ਟਨ ਅਤੇ ਉਸ ਤੋਂ ਵੀ ਜ਼ਿਆਦਾ ਕਚਰਾ ਹਟਾਉਣਾ, ਅਤੇ ਉਹ ਵੀ ਉੱਥੋਂ ਦੇ ਫ੍ਰੈਜਾਈਲ ਈਕੋਸਿਸਟਮ ਦੇ ਵਿੱਚ, ਕਿੰਨੀ ਵੱਡੀ ਸੇਵਾ ਹੈ। ਇਹ ਇੱਕ ਅਜਿਹਾ ਈਕੋਸਿਸਟਮ ਹੈ ਜੋ ਹਿਮ ਤੇਂਦੂਏ ਵਰਗੀਆਂ ਦੁਰਲੱਭ ਪ੍ਰਜਾਤੀਆਂ ਦਾ ਘਰ ਹੈ। ਉੱਥੇ ਆਈਬੈਕਸ ਅਤੇ ਬਰਾਊਨ ਬੀਅਰਜ਼ ਵਰਗੇ ਦੁਰਲੱਭ ਜਾਨਵਰ ਵੀ ਰਹਿੰਦੇ ਨੇ। ਅਸੀਂ ਸਾਰੇ ਜਾਣਦੇ ਹਾਂ ਕਿ ਇਹ ਸਿਆਚਿਨ ਇੱਕ ਅਜਿਹਾ ਗਲੇਸ਼ੀਅਰ ਹੈ ਜੋ ਨਦੀਆਂ ਅਤੇ ਸਵੱਛ ਪਾਣੀ ਦਾ ਸਰੋਤ ਹੈ। ਇਸ ਲਈ ਉੱਥੇ ਸਵੱਛਤਾ ਮੁਹਿੰਮ ਚਲਾਉਣ ਦਾ ਮਤਲਬ ਹੈ ਉਨ੍ਹਾਂ ਲੋਕਾਂ ਦੇ ਲਈ ਸਵੱਛ ਜਲ ਨਿਸ਼ਚਿਤ ਕਰਨਾ ਜੋ ਹੇਠਲੇ ਇਲਾਕਿਆਂ ਵਿੱਚ ਰਹਿੰਦੇ ਨੇ। ਨਾਲ ਹੀ ਨੁਬਰਾ ਅਤੇ ਸ਼ਿਓਕ ਵਰਗੀਆਂ ਨਦੀਆਂ ਦੇ ਪਾਣੀ ਦੀ ਵਰਤੋਂ ਕਰਦੇ ਨੇ। ਮੇਰੇ ਪਿਆਰੇ ਦੇਸ਼ਵਾਸੀਓ, ਤਿਉਹਾਰ ਸਾਡੇ ਸਾਰਿਆਂ ਦੇ ਜੀਵਨ ਵਿੱਚ ਇੱਕ ਨਵੀਂ ਚੇਤਨਾ ਜਗਾਉਣ ਵਾਲਾ ਦਿਹਾੜਾ ਹੁੰਦਾ ਹੈ, ਅਤੇ ਦੀਵਾਲੀ 'ਤੇ ਤਾਂ ਖਾਸ ਤੌਰ 'ਤੇ ਕੁਝ ਨਾ ਕੁਝ ਨਵਾਂ ਖਰੀਦਣਾ, ਬਾਜ਼ਾਰ ਤੋਂ ਕੁਝ ਲਿਆਉਣਾ ਹਰ ਪਰਿਵਾਰ ਵਿੱਚ ਥੋੜ੍ਹੀ ਬਹੁਤ ਮਿਕਦਾਰ ਵਿੱਚ ਹੁੰਦਾ ਹੀ ਹੈ। ਮੈਂ ਇੱਕ ਵਾਰ ਕਿਹਾ ਸੀ ਕਿ ਅਸੀਂ ਕੋਸ਼ਿਸ਼ ਕਰੀਏ ਲੋਕਲ ਵਸਤਾਂ ਖਰੀਦੀਏ। ਸਾਡੀ ਜ਼ਰੂਰਤ ਦੀ ਚੀਜ਼ ਸਾਡੇ ਪਿੰਡ ਤੋਂ ਮਿਲਦੀ ਹੈ ਤਾਂ ਤਹਿਸੀਲ ਵਿੱਚ ਜਾਣ ਦੀ ਕੀ ਲੋੜ ਹੈ? ਤਹਿਸੀਲ ਵਿੱਚ ਮਿਲਦੀ ਹੈ ਤਾਂ ਜ਼ਿਲ੍ਹੇ ਵਿੱਚ ਜਾਣ ਦੀ ਕੀ ਲੋੜ ਹੈ? ਜਿੰਨੀਆਂ ਜ਼ਿਆਦਾ ਅਸੀਂ ਆਪਣੀਆਂ ਲੋਕਲ ਚੀਜ਼ਾਂ ਖਰੀਦਣ ਦੀ ਕੋਸ਼ਿਸ਼ ਕਰਾਂਗੇ, ਗਾਂਧੀ 150 ਆਪਣੇ ਆਪ ਵਿੱਚ ਇੱਕ ਮਹਾਨ ਅਵਸਰ ਬਣ ਜਾਏਗਾ। ਅਤੇ ਮੇਰੀ ਤਾਂ ਬੇਨਤੀ ਰਹਿੰਦੀ ਹੀ ਹੈ ਕਿ ਸਾਡੇ ਕਾਰੀਗਰ ਦੇ ਹੱਥ ਦਾ ਬਣਿਆ ਹੋਇਆ, ਸਾਡੇ ਖਾਦੀ ਵਾਲਿਆਂ ਦੇ ਹੱਥ ਦਾ ਬਣਿਆ ਹੋਇਆ ਕੁਝ ਨਾ ਕੁਝ ਸਾਨੂੰ ਖਰੀਦਣਾ ਹੀ ਚਾਹੀਦਾ ਹੈ। ਇਸ ਦੀਵਾਲੀ 'ਤੇ ਵੀ, ਦੀਵਾਲੀ ਤੋਂ ਪਹਿਲਾਂ ਤਾਂ ਤੁਸੀਂ ਬਹੁਤ ਕੁਝ ਖਰੀਦ ਹੀ ਲਿਆ ਹੋਵੇਗਾ, ਪਰੰਤੂ ਬਹੁਤ ਲੋਕ ਹੋਣਗੇ ਜੋ ਸੋਚਦੇ ਨੇ ਕਿ ਦੀਵਾਲੀ ਤੋਂ ਬਾਅਦ ਜਾਵਾਂਗੇ ਤਾਂ ਥੋੜ੍ਹਾ ਸਸਤਾ ਵੀ ਮਿਲ ਜਾਏਗਾ, ਅਤੇ ਬਹੁਤ ਲੋਕ ਹੋਣਗੇ ਜਿਨ੍ਹਾਂ ਦੀ ਖਰੀਦਦਾਰੀ ਅਜੇ ਰਹਿੰਦੀ ਹੋਏਗੀ। ਤਾਂ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਦੇ ਨਾਲ-ਨਾਲ ਮੈਂ ਆਪ ਨੂੰ ਬੇਨਤੀ ਕਰਾਂਗਾ ਕਿ ਆਓ ਅਸੀਂ ਲੋਕਲ ਖਰੀਦਣ ਦੇ ਮੋਹਰੀ ਬਣੀਏ, ਸਥਾਨਕ ਚੀਜ਼ਾਂ ਖਰੀਦੀਏ। ਦੇਖਣਾ, ਮਹਾਤਮਾ ਗਾਂਧੀ ਦੇ ਸੁਪਨਿਆਂ ਨੂੰ ਸਿੱਧ ਕਰਨ ਵਿੱਚ ਅਸੀਂ ਵੀ ਕਿੰਨੀ ਅਹਿਮ ਭੂਮਿਕਾ ਨਿਭਾ ਸਕਦੇ ਹਾਂ। ਮੈਂ ਫਿਰ ਇੱਕ ਵਾਰ ਇਸ ਦੀਵਾਲੀ ਦੇ ਪਵਿੱਤਰ ਅਵਸਰ 'ਤੇ ਤੁਹਾਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਦਾ। ਦੀਵਾਲੀ 'ਤੇ ਅਸੀਂ ਤਰ੍ਹਾਂ-ਤਰ੍ਹਾਂ ਦੇ ਪਟਾਖੇ ਉਹਨਾਂ ਦਾ ਇਸਤੇਮਾਲ ਕਰਦੇ ਹਾਂ, ਪਰ ਕਦੇ-ਕਦੇ ਅਣਗਹਿਲੀ ਨਾਲ ਅੱਗ ਲੱਗ ਜਾਂਦੀ ਹੈ।
ਕਿਤੇ ਇੰਜਰੀ ਹੋ ਜਾਂਦੀ ਹੈ। ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਖੁਦ ਨੂੰ ਵੀ ਸੰਭਾਲੀਏ ਅਤੇ ਤਿਉਹਾਰ ਨੂੰ ਬੜੇ ਚਾਅ ਨਾਲ ਮਨਾਈਏ। ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਬਹੁਤ-ਬਹੁਤ ਧੰਨਵਾਦ।